Hello दोस्तों, welcome to Siddhi Punjab. So today we are going to discuss the previous year question. ਅੱਜ ਸਵੇਰ ਦੀ ਕਰੰਟ ਅਫੇਅਰ ਡਿਸਕਸ਼ਨ ਚ ਮੈਂ ਤੁਹਾਨੂੰ ਇੱਕ previous year question ਦਿੱਤਾ ਸੀ ਪੰਜਾਬ ਪੀਸੀਐਸ ਦੇ ਪੇਪਰ ਵਿੱਚੋਂ। ਉਸ question ਦਾ ਆਨਸਰ ਆਪਾਂ ਇਸ ਵੀਡੀਓ ਚ ਡਿਸਕਸ ਕਰਨ ਵਾਲੇ ਹਾਂ, right? This is the question that I gave you. Describe the scramble of Africa by the colonial masters and what were the consequences? ਠੀਕ ਹੈ ਜੀ, ਇਹ ਕੁਐਸਚਨ ਹੈ ਜਿਹੜਾ ਪੰਜਾਬ ਪੀਸੀਐਸ ਨੇ 2021 ਵਾਲੇ ਐਗਜ਼ਾਮ ਵਿੱਚ ਪੁੱਛਿਆ ਸੀ 15 ਮਾਰਕਸ ਦੇ ਵਿੱਚ। ਬਹੁਤ ਹੀ ਈਜ਼ੀ ਕੁਐਸਚਨ ਹੈ। ਇਫ ਯੂ ਹੈਵ ਕਵਰਡ ਦੀ ਸਿਲੇਬਸ, ਅਗਰ ਵਰਲਡ ਹਿਸਟਰੀ ਦਾ ਸਿਲੇਬਸ ਤੁਸੀਂ ਛੱਡ ਕੇ ਨਹੀਂ ਗਏ ਹੋ then this is a very easy question to deal with. Otherwise you might find it difficult to write a quality answer to this. ਠੀਕ ਹੈ ਜੀ, ਸੋ ਇਸੇ ਲਈ ਅਗਰ ਤੁਹਾਡਾ ਸਿਲੇਬਸ ਹਜੇ ਤੱਕ ਵਰਲਡ ਹਿਸਟਰੀ ਦਾ ਵਿੱਚ ਹੀ ਲਟਕ ਰਿਹਾ ਹੈ, ਯੂ ਆਰ ਸਟਰਗਲਿੰਗ ਵਿਦ ਵਰਲਡ ਹਿਸਟਰੀ, I am starting a course from 14th November to help you with the वर्ल्ड हिस्ट्री पोर्शन। ठीक है, सो हर दिन मंडे टू सैटरडे ਜਿਹੜੀ ਇਹਦੀ ਕਲਾसेस ਲੱਗਣਗੀਆਂ 3 PM onwards, 2 to 3 hours ਦੀ ਕਲਾਸ ਹੋਏਗੀ and we will be discussing the entire syllabus of world history in depth in that course, right? So just visit our website siddhipunjab.com to get all the details of this course. अगर ਤੁਹਾਨੂੰ ਕੋਈ ਵੀ doubt ਹੋ, ਕੋਈ ਵੀ query ਹੋ, you can also message us on this number. We will assist you in that. ਠੀਕ ਹੈ, ਸੋ ਇਹ ਕੋਰਸ ਜਿਹੜਾ ਹੈ ਤੁਹਾਡਾ ਸਾਰਾ ਸਿਲੇਬਸ ਕਵਰ ਕਰਨ ਦੀ ਹੈਲਪ ਕਰੇਗਾ। ਪ੍ਰੀਵੀਅਸ ਈਅਰ ਕੁਐਸਚਨਸ ਵੀ ਆਪਾਂ ਡਿਸਕਸ ਕਰਾਂਗੇ, ਕਿਵੇਂ ਵਰਲਡ ਹਿਸਟਰੀ ਨੂੰ ਤੁਸੀਂ ਐਸੇਸ ਚ ਯੂਜ਼ ਕਰ ਸਕਦੇ ਹੋ, ਆਨਸਰਸ ਕਿਵੇਂ ਲਿਖਣੇ ਹੈ, all of that we will be discussing in this course in detail. So do consider joining this course live classes ਹੋਣਗੀਆਂ, ਤੁਸੀਂ ਡਾਊਟਸ ਵੀ ਪੁੱਛ ਸਕਦੇ ਹੋ, ਬਿਲਕੁਲ ਇੰਟਰੈਕਟਿਵ ਪ੍ਰੋਗਰਾਮ ਦੀ ਤਰ੍ਹਾਂ ਆਪਾਂ ਇਹਨੂੰ ਹੋਲਡ ਕਰਾਂਗੇ, right? So now let's discuss the question. Describe the scramble of Africa by the colonial masters. What were the consequences? ठीक है, ਹੁਣ ਅਗਰ ਤੁਸੀਂ ਦੇਖੋ ਇਸ ਕੁਐਸਚਨ ਦੇ ਦੋ ਪਾਰਟਸ ਹੈ broadly. First, describe the scramble of Africa. ਠੀਕ ਹੈ, what were its consequences? Second, ਇਹ ਕੁਐਸਚਨ ਆਪਾਂ ਨੂੰ consequences ਬਾਰੇ ਪੁੱਛ ਰਿਹਾ ਹੈ। ਸੋ ਅਗਰ ਇਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਆਨਸਰ ਲਿਖ ਰਿਹਾ ਹੋ, ਦੋਨੋਂ ਹੀ ਪਾਰਟਸ ਨੂੰ ਅੱਛੇ ਤਰੀਕੇ ਨਾਲ ਡੀਲ ਕਰੋ ਆਨਸਰ ਦੇ ਵਿੱਚ। ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਪਾਰਟ ਛੱਡ ਦੋ, then you are not going to get full marks or near to full marks, right? ਅਗਰ ਦੋਨੋਂ ਪਾਰਟਸ ਨੂੰ ਐਡਰੈਸ ਕਰੋਗੇ then only you will be getting the marks. ਠੀਕ ਹੈ, ਹੁਣ ਦੇਖੋ ਇਸ ਪਾਰਟ ਦੀ ਡਿਸਕਸ਼ਨ, ਇਸ ਕੁਐਸਚਨ ਦੀ ਡਿਸਕਸ਼ਨ ਮੈਂ ਦੋ ਪਾਰਟਸ ਚ ਕਰਾਂਗੀ, ਕੰਟੈਂਟ ਐਂਡ ਸਟਰਕਚਰ, ਰਾਈਟ? ਕੰਟੈਂਟ ਕਿਆ ਹੁੰਦਾ ਹੈ, ਕਿਸੇ ਵੀ ਕੁਐਸਚਨ ਦਾ ਆਨਸਰ ਕਿਆ ਹੋਣਾ ਚਾਹੀਦਾ, ਉਹਦੇ ਵਿੱਚ ਤੁਸੀਂ ਐਕਚੁਅਲੀ ਲਿਖਣਾ ਕਿਆ ਹੈ, that is basically content, right? now ਹੁਣ ਉਸ ਕੰਟੈਂਟ ਨੂੰ ਸੀਕੁਐਂਸ ਕਿਵੇਂ ਕਰਨਾ ਹੈ, ਪਹਿਲਾਂ ਕਿਆ ਲਿਖੋਗੇ, ਫਿਰ ਕਿਆ ਲਿਖੋਗੇ, ਹੋਰ ਕਿਆ ਐਡੀਸ਼ਨਸ ਕਰ ਸਕਦੇ ਹੋ, that is all structure part. ਠੀਕ ਹੈ, ਦੋਨੋਂ ਹੀ ਪਾਰਟਸ ਬਹੁਤ ਇੰਪੋਰਟੈਂਟ ਹੁੰਦੇ ਆ ਮੈਕਸਿਮਮ ਆਨਸਰ, ਮੈਕਸਿਮਮ ਮਾਰਕਸ ਲੈਣ ਲਈ, ਰਾਈਟ? ਵੀ ਆਰ ਫਾਈਟਿੰਗ ਫॉर every 1 mark more that we can get from our competitor. ਠੀਕ ਹੈ, ਇਹ ਨਾ ਸੋਚੋ ਕਿ ਅਸੀਂ ਸਿਰਫ ਆਨਸਰ ਲਿਖ ਕੇ ਆਵਾਂਗੇ ਜੀ, ਨੌਲੇਜ ਲਿਖ ਕੇ ਆਵਾਂਗੇ, ਸਾਨੂੰ ਮਾਰਕਸ ਮਿਲਣਗੇ। ਨੋ, ਇਟ ਡਜ਼ ਨਾਟ ਵਰਕ ਲਾਈਕ दैट। ਯੂ ਹੈਵ ਅ ਸਟਰੋਂਗ ਕੰਪੀਟੀਸ਼ਨ, ਹਰ ਕੋਈ ਪੜ੍ਹ ਕੇ ਗਿਆ ਹੈ, ਸਪੈਸ਼ਲੀ ਜੋ ਕੰਪੀਟੀਸ਼ਨ ਵਿੱਚ ਹੈ, ਰਾਈਟ? ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਕੰਟੈਂਟ ਦਾ ਲਿਖੋ ਹੀ ਲਿਖੋ ਐਨਰਿਚਡ, ਉਹਨੂੰ ਪ੍ਰੋਪਰ ਸਟਰਕਚਰ ਵੀ ਦਿਓ। ਠੀਕ ਹੈ, ਸੋ ਦੋਨੋਂ ਪਾਰਟਸ ਡਿਸਕਸ ਕਰਾਂਗੇ। ਫਰਸਟ ਆਈ ਵਿਲ ਬੀ ਸਟਾਰਟਿੰਗ ਵਿਦ ਦੀ ਕੰਟੈਂਟ ਪਾਰਟ ਕਿ ਐਕਚੁਅਲੀ ਅਫਰੀਕਨ ਸਕ੍ਰੈਂਬਲ ਕਿਆ ਸੀ, ਰਾਈਟ? ਆਲਦੋ ਦੇਖੋ ਇਹਦੀ ਕੰਪਲੀਟ ਡਿਸਕਸ਼ਨ ਇੱਥੇ ਕਰਨਾ ਪੋਸੀਬਲ ਨਹੀਂ ਹੈ ਕਿਉਂਕਿ ਇਹ 1-2 ਘੰਟੇ ਦਾ ਐਟਲੀਸਟ ਟੌਪਿਕ ਹੈ, ਸਾਰਾ ਸਮਝਾਉਣਾ ਇੱਥੇ ਪੋਸੀਬਲ ਨਹੀਂ ਹੈ। ਆਈ ਵਿਲ ਬੀ ਗਿਵਿੰਗ ਯੂ ਜਸਟ ਦ ਕੀ ਪੁਆਇੰਟਸ। ਤੁਸੀਂ ਕੋਰਸ ਵਿੱਚ ਜਿਹੜਾ ਹੈ ਡਿਟੇਲ ਚ ਦੇਖ ਸਕਦੇ ਹੋ, ਔਰ ਇਫ ਯੂ ਹੈਵ ਆਲਰੇਡੀ ਰੈਡ ਤਾਂ ਆਪਦੀ ਬੁੱਕ ਵਿੱਚ ਦੇਖ ਸਕਦੇ ਹੋ। ਠੀਕ ਹੈ, ਸੋ ਸਕ੍ਰੈਂਬਲ ਫॉर ਅਫਰੀਕਾ ਕਿਆ ਸੀ? ਦੇਖੋ ਅਫਰੀਕਾ ਜੋ ਹੈ ਇੱਕ ਬਹੁਤ ਹੀ ਰਿਸੋਰਸ ਰਿਚ ਟੈਰੀਟਰੀ ਹੈ। ਜਿਵੇਂ ਕਿ ਤੁਸੀਂ ਇਸ ਮੈਪ 'ਚ ਦੇਖ ਸਕਦੇ ਹੋ, ਅਫਰੀਕਾ ਹੈਜ਼ ਅਬੈਂਡੈਂਟ ਰਿਸੋਰਸਿਸ, ਐਗਰੀਕਲਚਰਲ ਰਿਸੋਰਸਿਸ ਦੀ ਗੱਲ ਕਰੋ, ਮਿਨਰਲ ਰਿਸੋਰਸਿਸ ਦੀ ਗੱਲ ਕਰੋ, એનર્ਜੀ ਰਿਸੋਰਸਿਸ ਦੀ ਗੱਲ ਕਰੋ, ਲਾਈਕ ਆਇਲ, crude oil, everything is present in huge abundance in Africa, right? And ਅਫਰੀਕਾ ਦੀ ਕੋਲੋਨਾਈਜੇਸ਼ਨ ਜਿਹੜੀ ਸਟਾਰਟ ਹੋਈ 1880 ਦੇ ਵਿੱਚ, right? And this is the time when the European continent, European powers are also industrializing. They are in the phase of industrialization, right? European powers like Britain, France, Germany, Italy, all these countries, Spain, Portugal, all of them are looking for areas where they can get raw material for their industry. ਆਪਦੀ ਇੰਡਸਟਰੀ ਨੂੰ ਚਲਾਉਣ ਲਈ raw material ਚਾਹੀਦਾ ਹੈ, ਉਹਦੇ ਲਈ ਮਾਰਕੀਟਸ ਵੀ ਚਾਹੀਦੀਆਂ ਹੈ, ਉਹਦੇ ਲਈ ਲੇਬਰਰਸ ਵੀ ਚਾਹੀਦੇ ਨੇ। all of those they could find in Africa. And that is why they start running towards Africa to subjugate Africa, to extract maximum benefits out of Africa. And that is what led to the scramble of Africa, the race for Africa and its resources.
ठीक है, वो है बेसिकली स्क्रैम्बल फॉर अफ्रीका। ठीक है, सो दिस इज व्हाट इज बेसिकली स्क्रैम्बल फॉर अफ्रीका, राइट। सो इस तरीके नाल तुसी लिख सकते हो, इन द 1880s देयर बिगेन दिस रेस बिटवीन यूरोपियन पावर्स टू एस्टैब्लिश पॉलिटिकल एंड इकोनॉमिक कंट्रोल over the resources and lives of Africa, which came to be known as Scramble for Africa, right? Berlin Conference 1884 marked the beginning। ठीक है, ये कुछ फैक्चुअल पॉइंट्स ने ਜਿਹੜੇ ਕਿ ਆਪਾਂ डिटेल डिस्कशन ਵਿੱਚ कवर करते हैं डिटेल सिलेबस ਵਿੱਚ। these you can include in your answer in introduction etc to get more points। ठीक है, ਇਸ ਤਰੀਕੇ ਨਾਲ ਸਟਾਰਟ ਕਰ ਸਕਦੇ ਹੋ, ਰਾਈਟ। ਸੋ ਫਰਸਟ ਪਾਰਟ ਆਪਾਂ ਨੂੰ ਡਿਸਕ੍ਰਾਈਬ ਕਰਨ ਲਈ ਕਹਿ ਰਿਹਾ ਹੈ, ਇਸ 'ਚ ਆਪਾਂ ਲਿਖ ਦਾਂਗੇ ਕਿ ਵਾਟ ਇਜ਼ ਸਕ੍ਰੈਂਬਲ ਆਫ ਅਫਰੀਕਾ, ਵਾਈ ਦਿਸ ਸਕ੍ਰੈਂਬਲ ਆਫ ਅਫਰੀਕਾ ਹੈਪਨ। ठीक है, what part ਤੁਸੀਂ introduction 'ਚ ਲਿਖ ਦੋ, why part you start writing in the body part। ठीक है, so why this scramble of Africa happened? Firstly, it had lot of resources ਜਿਹੜੀਆਂ ਕਿ countries ਨੂੰ ਚਾਹੀਦੇ ਸੀ ਆਪਦੀ industrialization ਲਈ। that is why this new phase of imperialism began। ਇਹਨੂੰ new imperialism ਵੀ ਕਹਿੰਦੇ ਨੇ, right। ਦੇਖੋ ਜਿਨ੍ਹਾਂ ਨੇ syllabus ਨਹੀਂ cover ਕੀਤਾ they might find themselves lost in this, but believe me ਤੁਸੀਂ course join ਕਰ ਸਕਦੇ ਹੋ, ਇਹ ਸਾਰੀ details ਜਿਹੜੀਆਂ ਉਸ 'ਚ cover ਕਰਾਂਗੇ। अगर चंगी तरह नहीं पढ़ा तो दोबारा जाके पढ़ो। ठीक है, एवरीथिंग इज इंपॉर्टेंट एंड कैन बी रिटन इन दिस आंसर। सैकेंड, अफ्रीका दी लोकेशन बहुत स्ट्रैटेजिक है। अगर तुसी मैप ते देखो, राइट, देखो यूरोप जो है इट वांट्स टू कनेक्ट विद एशिया। तुसी देखो यूरोपियन कंट्रीज लाइक ब्रिटेन, फ्रांस के एम्पायर ने इंडिया इंडो चाइना दे एरिया विच दे वांट टू इंटरैक्ट विद दिस एरिया। किवें करनगे? बाय पासिंग थ्रू दी सीज, राइट। एंड ये सीज ते केड़ी कंट्रीज ਜਿਹੜੀਆਂ ਬੈਠੀਆਂ ਹੋਈਆਂ ਨੇ, they are the African countries। ठीक है, so ਇਸੇ ਲਈ अफ्रीका, अफ्रीकन नेशंस, अफ्रीकन सिटीज ਦੀ स्ट्रैटेजिक लोकेशन करके भी बहुत सारी कंट्रीज लाइक ब्रिटेन, फ्रांस they were attracted towards France। ब्रिटेन ਜਿਹੜਾ स्पेशली स्विस कैनाल ਜਿਹੜੀ ਕਿ 1860s ਦੇ ਅਰਾਊਂਡ ਹੀ ਡਿਵੈਲਪਮੈਂਟ ਚ ਆਈ ਸੀ, ਉਸ ਤੇ ਕੰਟਰੋਲ ਰੱਖਣਾ ਚਾਹੁੰਦਾ ਸੀ, ਡੋਮੀਨੈਂਸ ਰੱਖਣਾ ਚਾਹੁੰਦਾ ਸੀ। that is why also they came towards Africa। ठीक है, सो इस कारणा करके ही तुसी देखो अफ्रीका ਨੂੰ पूरा पार्टीशन कर दिता गया सी बाय दीज अफ्रीकन पावर्स। हर कोई ਇੱਥੇ आना चाहता सी, राइट। जर्मनी, फ्रांस, इटली, स्पेन, एवरीवन वांटेड टू एस्टैब्लिश देयर कंट्रोल। इसलिए फ्रांस का बड़ा एरिया एस्टैब्लिश होया, राइट। ब्रिटेन का एरिया एस्टैब्लिश होया। इस तरीके ना डिफरेंट कंट्रीज दे केम एंड सैट ओवर अफ्रीका, राइट। सो दिस इज सॉरी mobile and my Siri started answering something which I did not ask, right? So let's continue। So inna reason karke, ठीक है, why this scramble happened? As I told you, industrialization चल रही सी, यूरोप ਨੂੰ raw materials ਚਾਹੀਦੇ ਸੀ and they were present in abundant in Africa। ਇਸੇ ਲਈ new imperialism ਦਾ phase ਸ਼ੁਰੂ ਹੋਇਆ 1880s ਦੇ ਵਿੱਚ। they started spreading their empires। ब्रिटेन फ्रांस ਤਾਂ ਬਹੁਤ ਸਾਲਾਂ ਤੋਂ already ਇੰਪੀਰੀਅਲਿਜ਼ਮ ਕਰ ਰਹੇ ਸੀ। ਜਿਵੇਂ ਤੁਸੀਂ ਦੇਖੋ ਇੰਡੀਆ ਵਿੱਚ ਵੀ 1750s ਦੇ ਵਿੱਚ ਹੀ ਆ ਗਏ ਸੀ, ਬਟ ਨਾਓ ਜਰਮਨੀ, ਇਟਲੀ, ਨਿਊ ਪਾਵਰਸ ਆਲਸੋ ਕੇਮ ਇਨਟੂ ਦਿਸ ਰੇਸ ਐਂਡ ਦਿਸ ਇਜ਼ ਵਾਈ ਇਟ ਇਜ਼ ਕਾਲਡ ਨਿਊ ਇੰਪੀਰੀਅਲਿਜ਼ਮ। ਨਿਊ ਇੰਪੀਰੀਅਲਿਜ਼ਮ ਸਟਾਰਟ ਹੋਈ। ਟੈਕਨੋਲੋਜੀਕਲ ਪ੍ਰੋਗਰੈਸ ਨੇ ਵੀ ਸਕ੍ਰੈਂਬਲ ਆਫ ਅਫਰੀਕਾ ਨੂੰ ਵਧਾਵਾ ਦਿੱਤਾ। ਪਹਿਲਾਂ ਅਫਰੀਕਾ ਵਿੱਚ ਟਰੈਵਲਸ ਕਰਨਾ ਔਖਾ ਸੀ, ਬਟ ਨਾਓ ਵਿਦ ਕਮਿੰਗ ਅਪ ਆਫ ਨਿਊ ਟੈਕਨੋਲੋਜੀਜ਼, ਇਨਫਰਾਸਟ੍ਰਕਚਰ, ਮੈਡੀਸਿਨਸ ਐਂਡ ਐਟਸੈਟਰਾ, traversing Africa became very very easy, right। ਉਸ ਤੋਂ ਬਾਅਦ ਜੋਗ੍ਰਾਫਿਕਲ ਲੋਕੇਸ਼ਨ ਇਹਦੀ ਕੰਡਿਊਸਿਵ ਸੀ। ਐਜ਼ ਆਈ ਟੋਲਡ ਯੂ ਸਟ੍ਰੈਟੇਜਿਕ ਲੋਕੇਸ਼ਨ ਹੈ, ਸਵਿਸ ਕਨਾਲ ਹੈ, ਕੇਪ ਆਫ ਗੁੱਡ ਹੋਪ ਹੈ, ਜਿੱਥੋਂ ਆਪਣਾ ਮੇਜਰ ਟ੍ਰੇਡ ਉਦੋਂ ਜਾਂਦਾ ਸੀ। ਸੋ ਟੂ ਕੰਟਰੋਲ ਦੀ ਸਟ੍ਰੈਟੇਜਿਕ ਲੋਕੇਸ਼ਨਸ ਦੀ ਯੂਰੋਪੀਅਨ ਪਾਵਰਸ ਵਰ ਇੰਟਰਸਟਿਡ। ਇੱਥੇ ਆਪਦੇ ਨੇਵਲ ਮਿਲਿਟਰੀ ਬੇਸਿਸ ਐਸਟੈਬਲਿਸ਼ ਕਰਨ ਲਈ they wanted to come and acquire dominance over these areas of Africa। ठीक है, ਇਸੇ ਤਰੀਕੇ ਨਾਲ ਜਿੰਨੀ ਜ਼ਿਆਦਾ ਕਲੋਨੀਜ਼ ਹੋਣਗੀਆਂ ਇੱਕ ਐਮਪਾਇਰ ਕੋਲ, ਉਨਾ ਜ਼ਿਆਦਾ ਉਹਦਾ ਪਾਵਰ ਹੋਏਗਾ, ਦਬਕਾ ਹੋਏਗਾ, right। so that is why to maintain that balance of power negotiation ਚ ਆਪਦਾ probe ਰੱਖਣ ਲਈ, power ਰੱਖਣ ਲਈ, that is why also they wanted more and more areas, more and more colonies under their control। so again European powers were in a competition to grab African territories, right। and also obviously the native population, especially Africa ਦੀ, they could use as soldiers or in their military, right। slaves ਦੀ ਤਰ੍ਹਾਂ ਆਪਦੀ ਇੰਡਸਟਰੀਜ਼ 'ਚ ਵੀ ਕੰਮ ਕਰਾ ਸਕਦੇ ਸੀ, ਮਾਈਨਸ 'ਚ ਵੀ ਕੰਮ ਕਰਾ ਸਕਦੇ ਸੀ। slave trade ਵੀ ਦੇਖੋ ਬਹੁਤ ਡੋਮੀਨੈਂਟ ਸੀ ਅਫਰੀਕਾ ਤੋਂ। ਇਹਨਾਂ ਸਾਰੇ ਕਾਰਨਾਂ ਕਰਕੇ ਹੀ ਅਫਰੀਕਾ 'ਚ ਇੰਟਰਸਟ ਜੋ ਹੈ ਯੂਰੋਪੀਅਨ ਪਾਵਰਸ ਦਾ ਜਾਗਦਾ ਹੈ
and they start rushing towards African territories to establish their political and economic control. That is what is scramble of Africa, right? ਸੋ ਇਹ ਸਾਰਾ ਕੁਝ ਤੁਸੀਂ ਲਿਖ ਸਕਦੇ ਹੋ ਇਸ ਤਰੀਕੇ ਨਾਲ ਤੁਹਾਡਾ ਫਰਸਟ ਪਾਰਟ ਜਿਹੜਾ ਕੁਐਸਚਨ ਦਾ ਉਹ ਆਨਸਰ ਹੋ ਜਾਏਗਾ ਨਾਓ ਸੈਕੰਡ ਪਾਰਟ ਇਜ਼ ਕਨਸੀਕੁਐਂਸਸ ਦੇਖੋ ਬਹੁਤ ਤਰੀਕੇ ਦੇ ਸੀ ਨੈਗੇਟਿਵ ਐਂਡ ਪੋਜ਼ਿਟਿਵ ਤਾਂ ਤੁਸੀਂ ਦੋਨੋਂ ਲਿਖ ਕੇ ਆਉਂਗੇ ਟੂ ਗੈਟ ਮੈਕਸਿਮਮ ਮਾਰਕਸ ਬਹੁਤ ਸਾਰੇ ਬੱਚੇ ਸਿਰਫ ਨੈਗੇਟਿਵ ਕਨਸੀਕੁਐਂਸਸ ਲਿਖਣਗੇ ਪੋਜ਼ਿਟਿਵ ਜੋ ਇੰਪੈਕਟ ਸੀ ਉਹ ਆਪਾਂ ਨਹੀਂ ਲਿਖਾਂਗੇ but if you cover both that is when you get the maximum marks negative consequences ਪਹਿਲਾਂ ਦੇਖ ਲੈਂਦੇ ਆ ਕਿਆ ਕਿਆ ਸੀ racism apartheid regime ਬਹੁਤ ਹੋਈ blacks and whites ਦਾ ਜਿਹੜਾ difference ਸੀ ਉਹ ਬਹੁਤ ਇੰਟਰੈਂਚ ਕਰ ਦਿੱਤਾ ਸੀ ਇਹ scramble for Africa ਨੇ ਅੱਜ ਵੀ ਤੁਸੀਂ ਦੇਖੋ blacks ਜਿਹੜੇ ਇਕੁਐਲਿਟੀ ਲਈ ਫਾਈਟ ਕਰ ਰਹੇ ਨੇ right can't breathe ਹਨਾ ਇਹ ਜੇ ਸਲੋਗਨਸ ਜਿਹੜੇ ਤੁਸੀਂ ਅਮਰੀਕਾ ਵਗੈਰਾ ਚ ਦੇਖਦੇ ਹੋ ਅੱਜ ਵੀ ਇਸ ਕਾਰਨ ਚੱਲ ਰਹੇ ਨੇ ਐਕਸਟ੍ਰੀਮ ਡਰੇਨ ਆਫ ਵੈਲਥ ਅਫਰੀਕਾ ਨੂੰ ਪੂਰਾ ਦਾ ਪੂਰਾ ਗਰੀਵ ਕਰ ਦਿੱਤਾ ਸੀ ਸਿਰਫ ਇੰਡੀਆ ਚੋਂ ਹੀ ਨਹੀਂ ਇਹਨਾਂ ਨੇ ਪੈਸਾ ਸਕ ਕੀਤਾ ਦੇ ਸਕਡ ਅਵੇ ਦੀ ਵੈਲਥ ਆਫ ਅਫਰੀਕਾ ਆਲਸੋ ਅਫਰੀਕਾ ਇੰਨਾ ਅਮੀਰ ਸੀ still they are living in so much poverty right they are still underdeveloped because these European powers they sucked their resources and they did not focus on any kind of development right slave trade ਨਾਲ ਬਹੁਤ human rights ਦੀ violation ਕੀਤੀ ਗਈ under the scramble of Africa right also ਬਹੁਤ ਸਾਰੇ ਪੋਲੀਟੀਕਲ ਸੋਸ਼ਲ ਪ੍ਰੋਬਲਮਸ ਜਿਹੜੀਆਂ ਐਮਰਜ ਹੋਈਆਂ ਕੋਈ ਐਜੂਕੇਸ਼ਨ ਨਹੀਂ ਦਿੱਤੀ ਗਈ ਅਫਰੀਕਨਸ ਨੂੰ ਅੱਜ ਵੀ ਦੇਖੋ ਐਜੂਕੇਸ਼ਨ ਇੰਡੈਕਸ 'ਚ ਕਾਫੀ ਵੀਕ ਨੇ ਹੰਗਰ ਇੰਡੈਕਸ 'ਚ ਉੱਤੇ ਬੈਠੇ ਨੇ ਰਾਈਟ ਸੋ ਕਾਫੀ ਸਾਰੀ ਪ੍ਰੋਬਲਮਸ ਇਹ ਸਕ੍ਰੈਂਬਲ ਕਰਕੇ ਹੋਈਆਂ ਦ ਨੈਗਲੀਜੈਂਟ ਸਕ੍ਰੈਂਬਲ ਦੈਟ ਵਾਸ देयर ਰਾਈਟ ਆਲਸੋ ਸਭ ਤੋਂ ਇੰਪੋਰਟੈਂਟ ਪੁਆਇੰਟ ਸਭ ਤੋਂ ਨੈਗੇਟਿਵ ਕਨਸੀਕੁਐਂਸ ਜਿਹੜਾ ਇਹ ਸਕ੍ਰੈਂਬਲ ਫॉर ਅਫਰੀਕਾ ਦਾ ਸੀਗਾ ਦੇਖੋ ਅਫਰੀਕਨ ਪਾਰਟੀਸ਼ਨ ਨੂੰ ਜਾਂ ਇਹ ਜਿਹੜੀਆਂ ਡਿਫਰੈਂਟ ਪਾਵਰਸ ਇੱਥੇ ਆ ਕੇ ਬੈਠ ਗਈਆਂ ਸੀ ਫਰਾਂਸ ਬ੍ਰਿਟਨ ਜਰਮਨੀ ਇਹਨੂੰ ਵਨ ਆਫ ਦੀ ਬਲੱਡੀਐਸਟ ਜਾਂ ਵਨ ਆਫ ਦੀ ਮੋਸਟ ਬਰੂਚਲ ਇਵੈਂਟ ਆਫ ਹਿਸਟਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਦੇਖੋ ਇਹਨਾਂ ਯੂਰੋਪੀਅਨ ਪਾਵਰਸ ਨੇ ਕਿਆ ਕੀਤਾ ਇੱਕ ਜਸਟ ਟੇਬਲ ਤੇ ਤੁਸੀਂ ਕਹਿ ਸਕਦੇ ਹੋ ਅਫਰੀਕਾ ਦਾ ਮੈਪ ਰੱਖਿਆ ਐਂਡ ਸਾਰੀ ਦੀ ਸਾਰੀ ਅਫਰੀਕਾ ਦੀ ਜਿਹੜੀਆਂ ਟੈਰੀਟਰੀਜ਼ ਹੈ ਉਹਨੂੰ blindly they divided they did not see ਕਿ ਕਿਹੜੀ ਟ੍ਰਾਈਬ ਜਿਹੜੀ ਆ ਉਹ ਕਿਹੜੇ ਏਰੀਆ ਨਾਲ ਐਫੀਲੀਏਟਡ ਹੈ ਜਿਹੜੀਆਂ ਸੇਮ ਟ੍ਰਾਈਬ ਸੀ ਉਹਨੂੰ ਡਿਵਾਈਡ ਕਰ ਦਿੱਤਾ ਗਿਆ ਅਗਰ ਕੋਈ ਲੜਦੀਆਂ ਟ੍ਰਾਈਬ ਸੀ ਉਹਨਾਂ ਨੂੰ ਇਕੱਠੇ ਇੱਕ ਏਰੀਆ ਵਿੱਚ ਕੰਬਾਈਨ ਕਰਤਾ ਇਹਨਾਂ ਨੇ ਆਪਦੀ ਟੈਰੀਟਰੀ 'ਚ ਕੰਬਾਈਨ ਕਰਤਾ ਜਿਹਦੇ ਕਰਕੇ ਅੱਜ ਵੀ ਉਹਨਾਂ ਟ੍ਰਾਈਬਸ 'ਚ ਲੜਾਈਆਂ ਜਿਹੜੀਆਂ ਬਹੁਤ ਜ਼ਿਆਦਾ ਰਹਿੰਦੀਆਂ ਟ੍ਰਾਈਬਲ ਡਿਫਰੈਂਸਿਸ ਪੋਲੀਟੀਕਲ ਰਾਈਵਲਰੀਜ਼ ਇਨ ਅਫਰੀਕਾ ਆਰ ਹਿਊਜ ਰਾਈਟ ਇਸੇ ਕਰਕੇ ਦੇਖੋ ਅਫਰੀਕਾ ਵਿੱਚ ਪੋਲੀਟੀਕਲ ਇਨਸਟੇਬਿਲਿਟੀ ਵੀ ਬਹੁਤ ਜ਼ਿਆਦਾ ਹੈ ਤੁਸੀਂ ਜੀਨੋਸਾਈਡਸ ਦੇਖੋਗੇ ਜਾਂ ਪਾਰਟੀਜ਼ ਜਾਂ ਮਿਲਟਰੀ ਕੂਜ਼ ਬਹੁਤ ਦੇਖਦੇ ਹੋ one reason for such political instability is the illogical division of Africa in the past as a result of scramble for Africa ठीक है so उस point ਨੂੰ ਵੀ ਤੁਸੀਂ mention ਕਰ ਸਕਦੇ ਹੋ right these were broadly the negative consequences ਫਿਰ ਤੁਸੀਂ ਥੋੜੇ ਬਹੁਤ positive consequences ਲਿਖੋਗੇ ਜਿਵੇਂ ਕਿ little bit infrastructure development ਹੋਈ ਸੀ roads railways ਆਪਦੇ ਭਾਈ ਦੇ ਲਈ ਤਾਂ ਉਹ ਬਣਾਉਂਦੇ ਹੀ ਸੀ ਜਿਵੇਂ ਇੰਡੀਆ 'ਚ ਬਣਾਈ ਸੀ ਉਵੇਂ ਹੀ ਅਫਰੀਕਾ 'ਚ ਵੀ ਹੋਇਆ political administrative structures ਜਾਂ processes ਜਿਹੜੇ ਹੈ ਉਹ ਸਾਹਮਣੇ ਆਏ democracy parliament ਇਹ ਸਭ ਕਿਆ ਹੁੰਦਾ ਹੈ constitution ਕਿਆ ਹੋਤਾ ਹੈ ਇਹ ਸਭ ਅਫਰੀਕਾ ਨੂੰ ਇਹਨਾਂ ਪਾਵਰਸ ਦੇ ਦੁਆਰਾ ਥੋੜਾ ਬਹੁਤ ਪਤਾ ਚੱਲਣਾ ਲਗਾ modern values like liberty equality fraternity ਇਹ ਸਭ ਵੀ ਯੂਰੋਪੀਅਨ ਪਾਵਰਸ ਨੇ ਅਫਰੀਕਾ ਵਿੱਚ ਇੰਟਰੋਡਿਊਸ ਕੀਤਾ ਤੁਸੀਂ ਕਹਿ ਸਕਦੇ ਹੋ ਰਾਈਟ ਉਸ ਤੋਂ ਬਾਅਦ ਅੱਛਾ ਬੈਨੀਫਿਟ ਕਿਆ ਸੀ ਅਫਰੀਕਨ ਨੈਸ਼ਨਲਿਜ਼ਮ ਇਮਰਜ ਹੋ ਕੇ ਆਈ ਜਦੋਂ ਕਲੋਨੀਅਲ ਪਾਵਰਸ ਨੇ ਇੰਨਾ ਉਹਨਾਂ ਨੂੰ ਸਪਰੈਸ ਕੀਤਾ ਦੇ ਸਟਾਰਟਡ ਜੋਇਨਿੰਗ ਹੈਂਡਸ ਇਸ ਤੋਂ ਪਹਿਲਾਂ ਤਾਂ ਉਹ ਟ੍ਰਾਈਬਲੀ ਡਿਵਾਈਡਡ ਸੀ ਬਟ ਟੂ ਹੁਣ ਕੁਝ ਲੈਵਲ ਦੇ ਸਟਾਰਟਡ ਕਮਿੰਗ ਟੂਗੇਦਰ ਐਜ਼ ਅਫਰੀਕਨਸ right and finally social evils ਨੂੰ ਖਤਮ ਕਰਨ 'ਚ ਵੀ scramble ਨੇ ਥੋੜਾ ਬਹੁਤ help ਕੀਤਾ because of the presence of European powers social evils like child marriage cannibalism ਜਾਂ Christian missionaries ਦੇ ਹੋਣ ਕਰਕੇ issues ਜਿਹੜੇ ਹੈ ਕਾਫੀ ਹੱਦ ਤੱਕ reduce ਹੋਣੇ ਸ਼ੁਰੂ ਹੋ ਗਏ ਸੀ right so scramble of Africa ਦੇ consequences ਜ਼ਿਆਦਾਤਰ negative ਸੀ but positive impacts ਵੀ ਕਿਸੇ ਤਰੀਕੇ ਨਾਲ ਸੀ so ਦੋਨੋਂ ਹੀ ਲਿਖਾਂਗੇ right ਠੀਕ ਹੈ ਸੋ ਇਸ ਤਰੀਕੇ ਨਾਲ ਇਹ ਕੰਟੈਂਟ ਤੁਹਾਡਾ ਇਸ ਆਨਸਰ ਵਿੱਚ ਆਣਾ ਚਾਹੀਦਾ ਹੈ ਪੂਰੇ ਆਨਸਰ ਨੂੰ ਸਟਰਕਚਰ ਕਿਵੇਂ ਕਰੋਗੇ ਐਜ਼ ਆਈ ਟੋਲਡ ਯੂ 3 ਪਾਰਟਸ 'ਚ ਹਮੇਸ਼ਾ ਡਿਵਾਈਡ ਕਰਨਾ ਹੈ ਇੰਟਰੋਡਕਸ਼ਨ ਬੋਡੀ ਕਨਕਲੂਜਨ ਰਾਈਟ ਇੰਟਰੋਡਕਸ਼ਨ 'ਚ ਤੁਸੀਂ ਕਿਸੇ ਤਰੀਕੇ ਨਾਲ ਇੰਟਰੋਡਿਊਸ ਕਰ ਸਕਦੇ ਹੋ ਜਿਵੇਂ ਇਸ 'ਚ ਸਕ੍ਰੈਂਬਲ ਫॉर ਅਫਰੀਕਾ ਕਿਆ ਸੀ ਇਹਦੇ ਨਾਲ ਇੰਟਰੋਡਕਸ਼ਨ ਕਰ ਸਕਦੇ ਹੋ ਬਰਲਿਨ ਕਾਨਫਰੰਸ ਦਾ ਜ਼ਿਕਰ ਕਰਕੇ
ਬੋਡੀ ਪਾਰਟ ਵਿੱਚ ਦੋਨੋਂ ਪਾਰਟਸ ਤੁਸੀਂ ਡੀਲ ਕਰੋਗੇ। ਫਰਸਟ ਡਿਸਕ੍ਰਾਈਬ ਦ ਸਕ੍ਰੈਂਬਲ ਆਫ ਅਫਰੀਕਾ, ਕਿਉਂ ਹੋਇਆ, ਐਂਡ ਦੈਨ ਦ ਕੌਨਸੀਕੁਐਂਸਿਸ। ਦੋਨੋਂ ਟਾਈਪ ਦੇ ਲਿਖੋ, ਮੈਪਸ ਬਣਾਉਣ ਦੀ ਕੋਸ਼ਿਸ਼ ਕਰੋ, ਦੈਟ ਵਿਲ ਫੈਚ ਯੂ ਮੋਰ ਮਾਰਕਸ। ਮੈंने ਵੀ ਆਪਦੇ ਆਂਸਰਸ 'ਚ ਕਾਫੀ ਮੈਪਸ ਡਾਟਾ ਇਸ ਆਂਸਰ 'ਚ ਵੀ ਮੈਪ ਬਣਾ ਕੇ ਆਈ ਸੀ, ਦੈਟ ਇਜ਼ ਵਾਈ ਗੁੱਡ ਮਾਰਕਸ ਕੈਨ ਬੀ ਅਚੀਵਡ। ਠੀਕ ਹੈ ਜੀ, ਕਨਕਲੂਡ ਕਰ ਦੋ ਕਿ ਕਿਵੇਂ ਅਫਰੀਕਾ ਦੀ ਕਲੋਨੀਅਲਿਜ਼ਮ ਨੇ, ਸਕ੍ਰੈਂਬਲ ਨੇ ਅੱਜ ਵੀ ਉਹ ਤੇ ਕਾਫੀ ਗਹਿਰਾ ਇੰਪੈਕਟ ਛੱਡਿਆ ਹੈ। Right, that is how you can deal with this answer. Right, now if you want to cover the world history syllabus in detail, if you are struggling with understanding the topics, then it is very important कि तुसी एक guidance जरूर लो, and that is why I have started this course. Do consider joining this course। बहुत easy तरीके नाल causes consequences ਦੇ way ਵਿੱਚ ਹੀ ਮੈਂ ਇਹ ਸਾਰਾ ਕੋਰਸ ਤੁਹਾਡੇ ਨਾਲ ਡੀਲ ਕਰੂੰਗੀ। it will be very easy for you to learn and remember। ਠੀਕ ਹੈ, प्रीवियस ईयर क्वेश्चंस भी डिस्कस करते रवांगे, आंसर्स किवें लिखने हैं, बेटर मार्क्स किवें आ सकते हैं, ऑल द टिप्स एंड ट्रिप्स आई विल बी डिस्कसिंग देयर। राइट, सो डू कंसिडर joining this program। if you have any doubt, query, just message us at this number, will be there to assist you। Right, thank you so much for joining।